ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ ਮੈਂ ਹਾਂ ਸਵਰਨ ਸਿੰਘ ਟੈਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਕਰਦੇ ਹਾਂ। ਲੰਘੇ ਕੱਲ੍ਹ ਪੰਜਾਬ ਦੇ ਵਿੱਚ ਬੜੀ ਗਰਮੀ ਪਈ ਹੈ। ਸਵੇਰ ਦੇ ਵੇਲੇ ਤੋਂ ਲੈ ਕੇ ਤੇ ਆਥਣ ਤੱਕ ਗਰਮੀ ਕਾਫੀ ਰਹੀ ਹੈ। 30 ਡਿਗਰੀ ਦੇ ਕਰੀਬ ਟੈਂਪਰੇਚਰ ਰਿਹਾ। ਮੌਸਮ ਵਿਭਾਗ ਨੇ ਇਹ ਗੱਲ ਕਹੀ ਹੈ ਕਿ ਆਉਂਦੇ 72 ਘੰਟਿਆਂ ਦੇ ਵਿੱਚ ਪੰਜਾਬ ਦਾ ਮੌਸਮ ਸਥਿਰ ਰਹਿਣਾ। ਰਾਤ ਨੂੰ ਹੁਣ ਕੰਬਲ ਪਤਲਾ ਜਾਂ ਖੇਸੀ ਵਾਲਾ ਮੌਸਮ ਆ ਤੇ ਰਜਾਈਆਂ ਬਹੁਤੇ ਲੋਕਾਂ ਨੇ ਸੰਭਾਲ ਦਿੱਤੀਆਂ ਬੈੱਡ ਦੇ ਬਾਕਸਾਂ ਦੇ ਵਿੱਚ ਜਾਂ ਪੇਟੀਆਂ ਦੇ ਵਿੱਚ। ਕਹਿਣ ਦਾ ਭਾਵ ਇਹ ਹੈ ਕਿ ਗਰਮੀ ਹੁਣ ਸ਼ੁਰੂ ਹੋ ਚੁੱਕੀ ਹੈ। ਟਿਕਰੀ ਬਾਰਡਰ ਦੇ ਉੱਤੇ ਸਿੰਘੂ ਬਾਰਡਰ ਦੇ ਉੱਤੇ ਵੀ ਗਰਮੀ ਦੇ ਮੱਦੇਨਜ਼ਰ ਬਹੁਤ ਸਾਰੇ ਪ੍ਰਬੰਧ ਕਰ ਲਏ ਗਏ ਆ ਤੇ ਕਈ ਪ੍ਰਬੰਧ ਉੱਥੇ ਪੱਖਿਆਂ ਦੇ ਕੂਲਰਾਂ ਦੇ ਰੂਪ ਦੇ ਵਿੱਚ ਕੀਤੇ ਜਾ ਰਹੇ ਆ। ਸੋ ਕਿਸਾਨ ਭਰਾਵਾਂ ਦਾ ਇਹ ਕਹਿਣਾ ਕਿ ਅਸੀਂ ਟੱਕਰ ਪੂਰੀ ਗਰਮੀ ਲੈਣ ਵਾਸਤੇ ਵੀ ਤਿਆਰ ਆ, ਕਿਉਂਕਿ ਕੇਂਦਰ ਦੀ ਸਰਕਾਰ ਜੇਕਰ ਇਹ ਸੋਚਦੀ ਹੈ ਕਿ ਗਰਮੀਆਂ ਦੇ ਵਿੱਚ ਅਨੁਰੁੱਧ ਠੰਡਾ ਪੈ ਜਾਣਾ, ਤਾਂ ਜੇਕਰ ਇਹ ਪੋਹ ਮਾਘ ਦੀ ਠੰਡ ਦੇ ਵਿੱਚ ਠੰਡਾ ਨਹੀਂ ਪਿਆ ਤਾਂ ਫਿਰ ਜੂਨ ਜੁਲਾਈ ਦੀ ਗਰਮੀ ਦੇ ਵਿੱਚ ਇਹ ਕਿਵੇਂ ਠੰਡਾ ਪੈ ਸਕਦਾ, ਇਹਦੇ ਬਾਬਤ ਉਹਨਾਂ ਨੂੰ ਆਪੇ ਸੋਚਣਾ ਚਾਹੀਦਾ। ਤੇ ਹੁਣ ਜੇਕਰ ਪਹਿਲੀ ਵੱਡੀ ਖਬਰ ਦੀ ਗੱਲ ਕਰਦੇ ਆ ਤਾਂ ਉਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਵੱਖ-ਵੱਖ ਉਹਨਾਂ ਸੂਬਿਆਂ ਦੇ ਵਿੱਚ ਜਿੱਥੇ ਕਿ 5 ਥਾਵਾਂ ਦੇ ਉੱਤੇ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ, ਉੱਥੇ ਰੱਖੀਆਂ ਗਈਆਂ ਰੈਲੀਆਂ ਦੇ ਨਾਲ ਸੰਬੰਧਿਤ ਹੈ। ਇੱਕ ਸੂਬੇ ਦੇ ਵਿੱਚ ਕਈ ਦਰਜਨ ਰੈਲੀਆਂ ਰੱਖੀਆਂ ਗਈਆਂ। ਹੈਰਾਨੀ ਇਸ ਗੱਲ ਦੀ ਹੈ ਕਿ ਪੱਛਮੀ ਬੰਗਾਲ ਦੇ ਵੱਲ ਜਾਣ ਦਾ ਸਮਾਂ ਨਿਕਲ ਆਉਣਾ, ਪੁਡੂਚੇਰੀ ਦੇ ਵੱਲ ਵੀ ਸਮਾਂ ਨਿਕਲਦਾ, ਤਾਮਿਲਨਾਡੂ ਦੇ ਵੱਲ ਵੀ ਸਮਾਂ ਨਿਕਲਦਾ, ਅਸਾਮ ਦੇ ਵੱਲ ਵੀ ਸਮਾਂ ਨਿਕਲਦਾ, ਕੇਰਲ ਦੇ ਵੱਲ ਵੀ ਸਮਾਂ ਨਿਕਲਦਾ। ਪਰ ਜੇਕਰ ਨਹੀਂ ਸਮਾਂ ਨਿਕਲਦਾ ਤਾਂ ਜਿਹੜੇ ਦਿੱਲੀ ਤੋਂ 35 ਕਿਲੋਮੀਟਰ ਪਿੱਛੇ ਬੈਠੇ ਆ ਵੱਖ-ਵੱਖ ਬਾਰਡਰਾਂ ਦੇ ਉੱਤੇ ਕਿਸਾਨ ਲੱਖਾਂ ਦੀ ਗਿਣਤੀ ਦੇ ਵਿੱਚ, ਉਹਨਾਂ ਵਾਸਤੇ ਕਦੇ 5 ਮਿੰਟ ਦਾ ਸਮਾਂ 100 ਦਿਨ ਦੇ ਵਿੱਚ ਨਹੀਂ ਨਿਕਲਿਆ। ਉਸ ਤੋਂ ਅਗਲੀ ਗੱਲ ਇਹ ਹੈ ਵੀ ਇੱਕ ਦਿਨ ਭਾਰਤ ਦੇ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਮੇਰੇ ਤੇ ਕਿਸਾਨਾਂ ਦਰਮਿਆਨ ਸਿਰਫ ਇੱਕ ਫੋਨ ਕਾਲ ਦੀ ਦੂਰੀ ਹੈ। ਨਾ ਉਹ ਫੋਨ ਆਇਆ, ਪਤਾ ਨਹੀਂ ਉਹ ਫੋਨ ਕਦੋਂ ਆਉਣਾ, ਜਾਂ ਸਿਰਫ ਉਹ ਗੱਲ ਹੀ ਸੀ, ਉਹ ਵੀ ਇੱਕ ਜੁਮਲਾ ਸੀ। ਹੁਣ ਕਿਸਾਨਾਂ ਨੇ ਇਹਦੇ ਉੱਤੇ ਵੀ ਸਵਾਲ ਖੜੇ ਕੀਤੇ ਆ। ਸੋ ਕਹਿਣ ਦਾ ਭਾਵ ਇਹ ਹੈ ਕਿ ਰੈਲੀਆਂ ਦਰ ਰੈਲੀਆਂ ਹੋਣਗੀਆਂ, ਕਿਉਂਕਿ ਚੋਣਾਂ ਜਿੱਤਣਾ ਹੀ ਇਸ ਵਕਤ ਮਨੋਰਥ ਬਾਕੀ ਰਹਿ ਗਿਆ। ਤੇ ਲੰਘੇ ਕੱਲ੍ਹ ਕਿਸਾਨ ਆਗੂਆਂ ਦੇ ਵੱਲੋਂ ਵੀ ਇੱਕ ਮਹੱਤਵਪੂਰਨ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਉਹਦੇ ਵਿੱਚ ਕਿਸਾਨ ਆਗੂਆਂ ਨੇ ਗੱਲ ਕਹੀ ਹੈ ਕਿ ਬੀਜੇਪੀ ਨੂੰ ਉਹਦੀ ਹੀ ਭਾਸ਼ਾ ਦੇ ਵਿੱਚ ਸਮਝਾਵਾਂਗੇ। ਅਸੀਂ ਆਪਣੇ ਕਿਸਾਨ ਜਥੇ ਬਣਾ ਕੇ, ਅਸੀਂ ਟੀਮਾਂ ਬਣਾ ਕੇ ਵੱਖ-ਵੱਖ ਸੂਬਿਆਂ ਦੇ ਵਿੱਚ ਭੇਜਾਂਗੇ। ਅਸੀਂ ਉੱਥੇ ਟੀਮਾਂ ਭੇਜਾਂਗੇ ਪੱਛਮੀ ਬੰਗਾਲ ਦੇ ਵਿੱਚ ਵੀ, ਕਰਨਾਟਕ ਦੇ ਵਿੱਚ ਵੀ, ਤਾਮਿਲਨਾਡੂ ਦੇ ਵਿੱਚ ਵੀ, ਹੋਰ ਵੱਖ-ਵੱਖ ਥਾਵਾਂ 'ਚ ਵੀ। ਪਰ ਅਸੀਂ ਇਹ ਗੱਲ ਕਹਾਂਗੇ ਉੱਥੇ ਜਾ ਕੇ ਕਿ ਜੀ ਤੁਸੀਂ ਜਿਹਨੂੰ ਮਰਜ਼ੀ ਵੋਟ ਪਾਓ, ਪਰ ਬੀਜੇਪੀ ਨੂੰ ਨਾ ਪਾਓ। ਅਸੀਂ ਇਹ ਨਹੀਂ ਕਹਿੰਦੇ ਵੀ ਕਾਂਗਰਸ ਨੂੰ ਪਾਓ। ਅਸੀਂ ਕਹਾਂਗੇ ਜੀ ਪੱਛਮੀ ਬੰਗਾਲ 'ਚ ਮਮਤਾ ਬੈਨਰਜੀ ਨੂੰ ਪਾਓ, ਇਹ ਨਹੀਂ ਕਹਿਣਾ। ਅਸੀਂ ਕਹਾਂਗੇ ਜਿਹੜੀ ਵੀ ਪਾਰਟੀ ਬੀਜੇਪੀ ਨੂੰ ਹਰਾਉਣ ਦੇ ਸਮਰੱਥ ਹੈ, ਤੁਸੀਂ ਉਹਨੂੰ ਆਪਦੀ ਨਿੱਠ ਕੇ ਵੋਟ ਪਾਓ, ਕਿਉਂਕਿ ਇਸ ਵਕਤ ਬੀਜੇਪੀ ਦੇ ਵੱਲੋਂ ਦੇਸ਼ ਦਾ ਹੁਲੀਆ ਬਦਲ ਦਿੱਤਾ ਗਿਆ, ਵਿਗਾੜ ਦਿੱਤਾ ਗਿਆ। ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿਸਾਨ ਆਗੂਆਂ ਨੇ ਕਿ 6 ਤਰੀਕ ਨੂੰ ਅਸੀਂ ਦਿੱਲੀ ਦੇ ਵੱਖ-ਵੱਖ ਜਿਹੜੇ ਰੋਡ ਆ, ਵੱਖ-ਵੱਖ ਸੜਕਾਂ ਜਿਹੜੀਆਂ, ਉਹਨਾਂ ਨੂੰ ਜਾਮ ਕਰਾਂਗੇ 6-7 ਘੰਟਿਆਂ ਦੇ ਲਈ। ਯਾਨੀ ਕਿ ਕਿਸਾਨ ਆਗੂਆਂ ਨੇ ਕਿਹਾ ਵੀ ਹੁਣ ਅਸੀਂ ਸੰਘਰਸ਼ ਨੂੰ ਪਹਿਲਾਂ ਨਾਲੋਂ ਤਿੱਖਾ ਕਰਨ ਦੇ ਰੌਂ ਦੇ ਵਿੱਚ ਹੈ। ਤੇ ਇਹ ਤਿੱਖਾ ਕਰਨ ਸਮੇਂ ਦੀ ਲੋੜ ਵੀ ਹੈ, ਸ਼ਾਂਤਮਈ ਰੱਖਣਾ ਵੀ ਲੋੜ ਹੈ, ਤਿੱਖਾ ਕਰਨਾ ਵੀ ਲੋੜ ਹੈ। ਕਿਉਂਕਿ ਜਿਸ ਤਰੀਕੇ ਦੇ ਨਾਲ ਹੁਣ ਅਸੀਂ ਇੱਕ ਥਾਂ ਦੇ ਉੱਤੇ 100 ਦਿਨ ਤੋਂ ਟਿਕੇ ਬੈਠੇ ਹਾਂ, ਕੇਂਦਰ ਦੀ ਸਰਕਾਰ ਦੇ ਉੱਤੇ ਪੂਰਾ ਇਹਦਾ ਅਸਰ ਹੈ ਨਹੀਂ। 11 ਮੀਟਿੰਗਾਂ ਹੋਈਆਂ, 12ਵੀਂ ਮੀਟਿੰਗ ਦੇ ਲਈ ਕਦੇ ਵੀ ਕਿਸੇ ਮੰਤਰੀ ਨੇ 1% ਗੱਲ ਨਹੀਂ ਕੀਤੀ। ਸਗੋਂ ਜਦੋਂ ਵੀ ਕਿਸੇ ਮੰਤਰੀ ਨੂੰ ਪੱਤਰਕਾਰ ਕੋਈ ਸਵਾਲ ਕਰਦਾ, ਉਹ ਇੱਕੋ ਗੱਲ ਕਹਿੰਦਾ, ਸਾਡੀ ਤਜਵੀਜ਼ ਮੰਨ ਲੈਣ, ਫਿਰ ਆਪਾਂ ਮੀਟਿੰਗ ਦੇ ਬਾਰੇ ਸੋਚ ਸਕਦੇ ਹਾਂ। ਪਹਿਲਾਂ ਇਹਨਾਂ ਦੋਹਾਂ ਖਬਰਾਂ ਦਾ ਵੇਰਵਾ ਸਾਂਝਾ ਕਰਦੇ ਹਾਂ ਕਿ ਪ੍ਰਧਾਨ ਮੰਤਰੀ ਨੇ ਕਿੰਨੀਆਂ ਰੈਲੀਆਂ ਕਿਹੜੇ ਸੂਬੇ ਦੇ ਵਿੱਚ ਕਰਨੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ। ਤੇ ਦੂਜੀ ਖਬਰ ਹੈਗੀ ਆ ਕਿ ਕਿਸਾਨ ਆਗੂਆਂ ਨੇ ਨਵੇਂ ਐਲਾਨ ਕਿਹੜੇ ਕੀਤੇ ਆ, ਤੇ ਉਸ ਤੋਂ ਬਾਅਦ ਕਰਾਂਗੇ ਟਿੱਪਣੀ। ਵੱਖ-ਵੱਖ ਸੂਬਿਆਂ ਦੇ ਵਿੱਚ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਹਰ ਪਾਰਟੀ ਦੇ ਵੱਲੋਂ ਪੂਰੀ ਤਾਕਤ ਅਜ਼ਮਾਉਣ ਦੀ ਤਿਆਰੀ ਕਰ ਲਈ ਗਈ ਹੈ। ਸੂਤਰਾਂ ਦੇ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਬੰਗਾਲ ਦੇ ਵਿੱਚ 20 ਰੈਲੀਆਂ ਤੇ ਗੁਆਂਢੀ ਸੂਬੇ ਅਸਾਮ ਦੇ ਵਿੱਚ 6 ਰੈਲੀਆਂ ਕਰਨੀਆਂ ਨੇ। ਇਹਦੇ ਨਾਲ ਹੀ ਖਬਰ ਹੈ ਕਿ ਬੰਗਾਲ ਯੂਨਿਟ ਵੱਲੋਂ PM ਦੀਆਂ 25 ਤੋਂ ਲੈ ਕੇ 30 ਰੈਲੀਆਂ ਦੀ ਮੰਗ ਕੀਤੀ ਗਈ ਸੀ, ਪਰ ਫਿਲਹਾਲ 20 ਰੈਲੀਆਂ ਨੂੰ ਮਨਜ਼ੂਰੀ ਮਿਲੀ ਹੈ। ਇੱਥੇ ਵੀ ਦੱਸਣਾ ਬਣਦਾ ਹੈ ਕਿ ਕਿਸਾਨਾਂ ਵੱਲੋਂ 3 ਖੇਤੀ ਕਾਨੂੰਨਾਂ ਦੇ ਖਿਲਾਫ ਚੱਲ ਰਹੇ ਸਭ ਤੋਂ ਲੰਮੇ ਤੇ ਸ਼ਾਂਤਮਈ ਢੰਗ ਨਾਲ ਹੋ ਰਹੇ ਪ੍ਰਦਰਸ਼ਨ ਵੱਲ ਪ੍ਰਧਾਨ ਮੰਤਰੀ ਦਾ ਖਿਆਲ ਨਹੀਂ ਗਿਆ, ਜਦਕਿ ਉਹਨਾਂ ਨੂੰ ਇਸ ਵੱਲ ਵੀ ਖਿਆਲ ਕਰਨਾ ਚਾਹੀਦਾ ਸੀ। ਉਧਰ ਜੇਕਰ ਰੈਲੀਆਂ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਦੀ ਸ਼ੁਰੂਆਤ 7 ਮਾਰਚ ਨੂੰ ਕੋਲਕਾਤਾ ਦੇ ਬ੍ਰਿਗੇਡ ਮੈਦਾਨ ਤੋਂ ਹੋਵੇਗੀ। ਹੋਰ ਰੈਲੀਆਂ ਦੇ ਲਈ ਹਾਲੇ ਥਾਂ ਤੇ ਸਮਾਂ ਤੈਅ ਹੋਣਾ ਬਾਕੀ ਹੈ। ਇਸ ਦੇ ਨਾਲ ਹੀ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਭਾਜਪਾ ਪ੍ਰਧਾਨ JP ਨੱਡਾ ਬੰਗਾਲ ਦੇ ਵਿੱਚ 50 ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ। ਭਾਜਪਾ ਦਾ ਟੀਚਾ ਲਗਭਗ 10 ਲੱਖ ਲੋਕਾਂ ਨੂੰ ਬ੍ਰਿਗੇਡ ਮੈਦਾਨ ਦੇ ਵਿੱਚ ਲੈ ਕੇ ਆਉਣ ਦਾ ਹੈ। ਇਸ ਰੈਲੀ ਨੂੰ ਸਫਲ ਬਣਾਉਣ ਦੇ ਲਈ ਭਾਜਪਾ ਘਰ ਜਾ ਕੇ ਮੁਹਿੰਮ ਚਲਾ ਰਹੀ ਹੈ। ਦੱਸਣਾ ਬਣਦਾ ਹੈ ਕਿ ਬੰਗਾਲ ਦੇ ਵਿੱਚ ਮਸ਼ਹੂਰ ਬ੍ਰਿਗੇਡ ਮੈਦਾਨ ਦੇ ਬਾਬਤ ਹੁਣ ਤੱਕ ਬਹੁਤ ਸਾਰੀਆਂ ਚਰਚਾਵਾਂ ਛਿੜੀਆਂ ਨੇ। ਦੂਜੇ ਪਾਸੇ ਇਹ ਵੀ ਦੱਸਣਾ ਬਣਦਾ ਹੈ ਕਿ ਅੰਦੋਲਨ ਦੇ 100 ਦਿਨ ਪੂਰੇ ਹੋਣ ਤੇ ਕਿਸਾਨਾਂ ਨੇ 6 ਮਾਰਚ ਨੂੰ ਕੁੰਡਲੀ ਮਾਨੇਸਰ ਪਲਵਲ ਐਕਸਪ੍ਰੈਸ ਵੇ ਨੂੰ ਜਾਮ ਕਰਨ ਦਾ ਫੈਸਲਾ ਕੀਤਾ ਹੈ। 8 ਮਾਰਚ ਨੂੰ ਮਹਿਲਾ ਦਿਵਸ ਦੇ ਮੌਕੇ
ਪ੍ਰਦਰਸ਼ਨਕਾਰੀ ਔਰਤਾਂ ਦਿੱਲੀ ਦੀਆਂ ਹੱਦਾਂ ਦੇ ਉੱਤੇ ਪਹੁੰਚਣਗੀਆਂ ਤੇ ਇਹਨਾਂ ਔਰਤਾਂ ਦੇ ਵੱਲੋਂ ਹੀ ਸਾਰੇ ਸਮਾਗਮਾਂ ਦੀ ਅਗਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਇਹ ਵੀ ਪਤਾ ਲੱਗਾ ਹੈ ਕਿ ਕਿਸਾਨ ਨੇਤਾਵਾਂ ਨੇ ਚੋਣਾਂ ਵਾਲੇ ਸੂਬਿਆਂ ਦੇ ਵਿੱਚ ਕਿਸਾਨਾਂ ਦੇ ਜਥੇ ਭੇਜਣ ਦਾ ਐਲਾਨ ਕੀਤਾ ਹੈ ਤਾਂ ਜੋ ਉੱਥੇ ਜਾ ਕੇ ਭਾਜਪਾ ਨੂੰ ਹਰਾਉਣ ਦੀ ਅਪੀਲ ਕੀਤੀ ਜਾ ਸਕੇ। ਕਿਸਾਨ ਮੋਰਚੇ ਦੇ ਨੇਤਾ ਯੋਗੇਂਦਰ ਯਾਦਵ ਨੇ ਕਿਹਾ ਕਿ ਐਕਸਪ੍ਰੈਸ ਵੇ ਨੂੰ 5 ਘੰਟੇ ਵਾਸਤੇ ਅੱਡ-ਅੱਡ ਥਾਵਾਂ ਦੇ ਉੱਤੇ ਜਾਮ ਕੀਤਾ ਜਾਵੇਗਾ। ਸੰਗਠਨ ਦੇ ਨੇਤਾ 12 ਮਾਰਚ ਨੂੰ ਕੋਲਕਾਤਾ ਦੇ ਵਿੱਚ ਇੱਕ ਰੈਲੀ ਕਰਨਗੇ। ਯਾਦਵ ਨੇ ਕਿਹਾ ਕਿ ਸਾਡੇ ਨੇਤਾ ਕਰਨਾਟਕ ਵੀ ਜਾਣਗੇ। ਉੱਥੇ ਕਿਸਾਨਾਂ ਨੂੰ ਫਸਲਾਂ ਦੇ ਉੱਤੇ MSP ਤੋਂ ਘੱਟ 1000 ਰੁਪਈਆ ਘੱਟ ਮਿਲ ਰਿਹਾ। ਇਸ ਤੋਂ ਇਲਾਵਾ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਸਾਡੀਆਂ ਟੀਮਾਂ ਭਾਜਪਾ ਨੂੰ ਹਰਾਉਣ ਦੇ ਲਈ ਕਿਸਾਨਾਂ ਨੂੰ ਅਪੀਲ ਕਰਨਗੀਆਂ। ਅਸੀਂ ਪੱਛਮੀ ਬੰਗਾਲ ਦੇ ਵਿੱਚ ਤੇ ਕੇਰਲ ਸਮੇਤ ਹੋਰ ਵੱਖ-ਵੱਖ ਥਾਵਾਂ ਦੇ ਉੱਤੇ ਦੌਰਾ ਕਰਾਂਗੇ। ਰਾਜੇਵਾਲ ਨੇ ਕਿਹਾ ਕਿ ਅਸੀਂ ਕਿਸੇ ਪਾਰਟੀ ਦੇ ਲਈ ਵੋਟ ਨਹੀਂ ਮੰਗਾਂਗੇ, ਅਸੀਂ ਲੋਕਾਂ ਨੂੰ ਉਹਨਾਂ ਉਮੀਦਵਾਰਾਂ ਨੂੰ ਵੋਟ ਦੇਣ ਦੀ ਬੇਨਤੀ ਕਰਾਂਗੇ ਜਿਹੜੇ ਭਾਜਪਾ ਨੂੰ ਹਰਾ ਸਕਦੇ ਹੋਣ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਜਿਸ ਤਰੀਕੇ ਦੇ ਨਾਲ BJP ਦੇ ਵੱਲੋਂ ਕਿਸਾਨ ਅੰਦੋਲਨ ਨੂੰ ਦਰਕਿਨਾਰ ਕਰਕੇ ਉਹਨੂੰ ਅਣਡਿੱਠ ਕਰਕੇ ਉਹਦੇ ਵੱਲ ਭੋਰਾ ਖਿਆਲ ਨਾ ਕਰਕੇ ਕਿਸਾਨਾਂ ਦੀ ਮੰਗ ਕੀ ਹੈ ਤੇ ਇਸ ਵਕਤ 5 ਸੂਬਿਆਂ ਦੇ ਵੱਲ ਧਿਆਨ ਕੇਂਦਰਿਤ ਕੀਤਾ ਹੋਇਆ, ਉਹਨੂੰ ਵੇਖ ਕੇ ਇਹ ਲੱਗਦਾ ਜੀ ਕਿ ਕਿਸਾਨ ਭਾਵੇਂ ਢੱਠੇ ਖੂਹ ਦੇ ਵਿੱਚ ਜਾਣ, ਕੇਂਦਰ ਦੀ ਸਰਕਾਰ 1% ਦੀ ਵੀ ਸੁਹਿਰਦ ਨਹੀਂ ਹੈ। ਅਜੇ ਤੱਕ ਉਹ ਕਿਸਾਨ ਲੱਭੇ ਨਹੀਂ ਕਿਹੜੀ ਥਾਂ ਦੇ ਉੱਤੇ ਰਹਿੰਦੇ ਆ, ਕਿਹੜੀ ਜਥੇਬੰਦੀ ਨਾਲ ਉਹ ਜੁੜੇ ਆ, ਜਿਨ੍ਹਾਂ ਦੇ ਬਾਬਤ ਤੋਮਰ ਸਾਹਿਬ ਹਰ ਮੀਟਿੰਗ ਦੇ ਵਿੱਚ ਕਹਿੰਦੇ ਹੁੰਦੇ ਸੀ ਕਿ ਬਹੁਤ ਬੜੀ ਗਿਣਤੀ में किसान इन खेती कानून के पक्ष में हैं। जेकर विरोध करने वाले 100 दिन तो इत्थे बैठे आ तो फिर पक्ष वाले 100 घंटा 100 मिनट कित्थे बैठे रहे आ, इहदे बाबत भी कोई जानकारी नहीं मिलती। जां 100 किसान ही कित्थे आ जिहड़े कि पक्ष दे विच फैसला करन दी गल कह के गए आ, जिहड़े कहंदे रहे जी कि असीं तां इन्हां खेती कानून दे हक दे विच इहदे पक्ष दे विच आ। उस तो अगली गल इह आ भी लगातार पश्चिमी बंगाल दे विच BJP ਨੂੰ ਖੋਰਾ ਲਾਉਣ ਦੀ ਤਿਆਰੀ ਕਿਸਾਨ ਆਗੂਆਂ ਦੇ ਵੱਲੋਂ ਕੀਤੀ ਗਈ ਹੈ। ਜਿਸ ਤਰੀਕੇ ਦੇ ਨਾਲ ਕਿਸਾਨ ਆਗੂ ਹੁਣ ਤੱਤੇ ਰੌਂ ਦੇ ਵਿੱਚ ਬੋਲੇ ਆ, ਉਹਨਾਂ ਨੇ ਕਿਹਾ ਜੀ ਕਿ ਅਸੀਂ ਦਿੱਲੀ ਦੇ ਵਿੱਚ ਵੀ ਹੌਲੀ ਹੌਲੀ ਪੈਰ ਧਰਨਾ ਤੇ ਅਸੀਂ ਵੱਖ-ਵੱਖ ਸੜਕਾਂ ਨੂੰ ਦਿੱਲੀ ਦੇ ਵਿੱਚ ਜਾਮ ਕਰਨਾ। ਕੇਂਦਰ ਦੀ ਸਰਕਾਰ ਜਿਹੜੀ ਕਿ ਸੁੱਤੀ ਪਈ ਆ ਉਹਨੂੰ ਅਸੀਂ ਜਗਾਉਣ ਦੀ ਕੋਸ਼ਿਸ਼ ਕਰਨੀ ਆ। ਨਾਲ ਹੀ ਕਿਸਾਨ ਆਗੂਆਂ ਨੇ ਗੱਲ ਕਹੀ ਹੈ ਕਿ ਪੱਛਮੀ ਬੰਗਾਲ ਦੇ ਵਿੱਚ ਤੇ ਬਾਕੀ ਵੱਖ-ਵੱਖ ਸੂਬਿਆਂ ਦੇ ਵਿੱਚ ਸਾਡੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਾਣਗੇ ਪ੍ਰਚਾਰ ਕਰਨ ਦੇ ਲਈ, ਉੱਥੇ ਪ੍ਰਚਾਰ ਕਰਨਗੇ BJP ਦੇ ਖਿਲਾਫ। ਅਸੀਂ ਇਹ ਬੇਨਤੀ ਕਰਾਂਗੇ ਵੀ ਜਿਹਨੂੰ ਮਰਜ਼ੀ ਵੋਟ ਪਾਓ, ਅਸੀਂ ਨਹੀਂ ਕਹਿੰਦੇ ਤੁਸੀਂ ਕਾਂਗਰਸ ਨੂੰ ਪਾਓ, ਅਸੀਂ ਨਹੀਂ ਕਹਿੰਦੇ ਵੀ ਤ੍ਰਿਣਮੂਲ ਕਾਂਗਰਸ ਨੂੰ ਪਾ ਦਿਓ, ਅਸੀਂ ਨਹੀਂ ਕਹਿੰਦੇ ਫਲਾਣੀ ਪਾਰਟੀ ਨੂੰ ਪਾਓ, ਅਸੀਂ ਨਹੀਂ ਕਹਿੰਦੇ ਉਹਨੂੰ ਨਾ ਪਾਓ, ਪਰ ਅਸੀਂ ਇਹ ਗੱਲ ਕਵਾਂਗੇ ਕਿ BJP ਨੂੰ ਨਾ ਪਾਓ ਤੇ ਜਿਹੜਾ ਵੀ ਉਮੀਦਵਾਰ BJP ਨੂੰ ਹਰਾ ਸਕਦਾ ਤੁਸੀਂ ਉਹਦੇ ਹੱਕ ਦੇ ਵਿੱਚ ਵੋਟ ਪਾ ਦਿਓ। ਅਸੀਂ ਕਿਸੇ ਪਾਰਟੀ ਦੇ ਹੱਕ ਦੇ ਵਿੱਚ ਪ੍ਰਚਾਰ ਕਰਨ ਨਹੀਂ ਜਾਣਾ, ਅਸੀਂ BJP ਦਾ ਅਸਲ ਚਿਹਰਾ ਨੰਗਾ ਕਰਨ ਜਾਣਾ। ਕਿਉਂਕਿ ਜੇਕਰ ਇਸ ਵਕਤ ਤੇਲ ਦੀਆਂ ਕੀਮਤਾਂ 100 ਰੁਪਏ ਨੂੰ ਪਾਰ ਪੰਜਾਬ ਤੇ ਕਈ ਹੋਰ ਸੂਬਿਆਂ ਦੇ ਵਿੱਚ ਹੋਣ ਵਾਲੀਆਂ, ਤਾਂ ਬਾਕੀ ਜਿੱਥੇ 5 ਸੂਬਿਆਂ 'ਚ ਚੋਣਾਂ ਹੋਣ ਜਾ ਰਹੀਆਂ ਤੇ ਉਹਨਾਂ ਸੂਬਿਆਂ ਦੇ ਵਿੱਚ ਵੀ ਤਾਂ ਤੇਲ ਦੀਆਂ ਕੀਮਤਾਂ ਨੂੰ ਅੱਗ ਲੱਗੀ ਪਈ ਹੈ। ਸਿਲੰਡਰ ਦੀ ਕੀਮਤ ਉਹਨਾਂ ਥਾਵਾਂ ਦੇ ਉੱਤੇ ਵੀ ਹੋਈ ਹੈ। ਇਸ ਕਰਕੇ ਉਹਨਾਂ ਨੇ ਕਿਹਾ ਕਿ ਅਸੀਂ ਲੋਕਾਂ ਨੂੰ ਜਗਾਉਣ ਜਾਵਾਂਗੇ, ਉੱਥੋਂ ਦੇ ਕਿਸਾਨਾਂ ਨੂੰ ਵੀ ਜਗਾਉਣ ਜਾਵਾਂਗੇ ਵੀ ਨੋਟਬੰਦੀ ਤੋਂ ਲੈ ਕੇ GST ਦੇ ਫੈਸਲੇ, ਕਦੇ ਕੋਈ ਫੈਸਲਾ ਕਦੇ ਕੋਈ ਫੈਸਲਾ, ਤੇ ਹੁਣ ਕਿਸਾਨਾਂ ਦੇ ਖਿਲਾਫ ਜਿਹੜੇ ਫੈਸਲੇ ਲਏ ਆ ਇਹ ਕਿੰਨੇ ਮਾਰੂ ਸਾਬਤ ਹੋ ਰਹੇ ਆ। ਸੋ ਰਾਜੇਵਾਲ ਹੋਰਾਂ ਨੇ, ਉਗਰਾਹਾਂ ਹੋਰਾਂ ਨੇ ਤੇ ਯੋਗੇਂਦਰ ਯਾਦਵ ਹੋਰਾਂ ਨੇ ਜਿਸ ਤਰੀਕੇ ਦੇ ਨਾਲ ਤਿੱਖੇ ਰੌਂ ਦੇ ਵਿੱਚ ਫੈਸਲੇ ਕਰਨ ਦੀ ਗੱਲ ਕਹੀ ਹੈ, ਇਹ ਆਪਣੀ ਥਾਂ ਦੇ ਉੱਤੇ ਬਿਲਕੁਲ ਦਰੁਸਤ ਗੱਲ ਵੀ ਹੈ। ਕਿਉਂਕਿ ਹੁਣ ਕੇਂਦਰ ਦੀ ਸਰਕਾਰ ਨੂੰ ਇਸ ਗੱਲ ਦੀ ਆਸ ਬੱਝੀ ਪਈ ਹੈ ਵੀ ਨਾ ਤਾਂ ਇਹ ਇੱਥੋਂ ਹਿੱਲਣ ਤੇ ਨਾ ਹੀ ਇਹ ਅੱਗੇ ਵਧਣ, ਤੇ ਜੇ ਅੱਗੇ ਨਹੀਂ ਵਧਦੇ ਸਾਡਾ ਨੁਕਸਾਨ ਕੀ ਹੈ, ਤੇ ਜੇਕਰ ਇੱਥੇ ਬੈਠੇ ਭਾਵੇਂ 6 ਮਹੀਨੇ ਹੋਰ ਬੈਠੇ ਰਹਿਣ ਸਾਨੂੰ ਫਰਕ ਕੀ ਹੈ। ਇਸ ਕਰਕੇ BJP ਨੂੰ ਉਹਦੀ ਹੀ ਭਾਸ਼ਾ ਦੇ ਵਿੱਚ ਕਿਸਾਨ ਆਗੂਆਂ ਨੇ ਕਿਹਾ ਅਸੀਂ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਅਸੀਂ ਇਹ ਬੇਨਤੀ ਕਰ ਰਹੇ ਹਾਂ ਕਿ ਲੋਕ ਇਹਨਾਂ ਨੂੰ ਹਰਾਉਣ, ਕਿਉਂਕਿ ਜੇਕਰ ਇਹਨਾਂ ਨੂੰ ਵੋਟਾਂ ਦੀ ਭਾਸ਼ਾ ਹੀ ਸਮਝ ਆਉਂਦੀ ਹੈ ਤਾਂ ਉਸ ਤੋਂ ਬਾਅਦ ਹਰਾਉਣਾ ਜ਼ਰੂਰੀ ਹੋ ਜਾਂਦਾ ਹੈ। ਬਾਕੀ ਵਕਤ ਬਿਆਨ ਕਰੂਗਾ। 2 ਮਈ ਨੂੰ 5 ਸੂਬਿਆਂ ਦੇ ਨਤੀਜੇ ਆਉਣੇ ਆ, ਜਿੱਥੇ ਜਿੱਥੇ ਵੋਟਾਂ ਪੈਣੀਆਂ। ਪੱਛਮੀ ਬੰਗਾਲ ਦੇ ਵਿੱਚ 8 ਪੜਾਵਾਂ 'ਚ ਵੋਟਾਂ ਪੈਣੀਆਂ। ਇਹਨਾਂ ਵੋਟਾਂ ਦੇ ਨਤੀਜਿਆਂ ਦੇ ਵਿੱਚ ਕੌਣ ਕਿੱਥੇ ਬਾਜੀ ਮਾਰੂਗਾ ਇਹ ਤਾਂ ਵਕਤ ਬਿਆਨ ਕਰੂਗਾ। ਪਰ ਪੱਛਮੀ ਬੰਗਾਲ ਦੇ ਵਿੱਚ ਇੱਜ਼ਤ ਦਾ ਸਵਾਲ BJP ਵੀ ਬਣਾਈ ਬੈਠੀ ਹੈ ਤੇ ਪ੍ਰਸ਼ਾਂਤ ਕਿਸ਼ੋਰ ਹੋਰਾਂ ਦੇ ਵੱਲੋਂ ਜਿਹੜੇ ਕਿ ਉੱਥੇ ਮਮਤਾ ਬੈਨਰਜੀ ਦੇ ਰਣਨੀਤੀ ਘਾੜੇ ਆ, ਉਹਨਾਂ ਦੇ ਵੱਲੋਂ ਵੀ ਇਹ ਗੱਲ ਕਹੀ ਜਾ ਰਹੀ ਹੈ ਜੀ ਕਿ ਕਿਤੇ ਨਹੀਂ ਚੱਲੀ ਸਰਕਾਰ, BJP ਨੂੰ ਮੂੰਹ ਦੇ ਮੂੰਹ ਸੱਟ ਦਿਆਂਗੇ। BJP ਕਹਿੰਦੀ ਹੈ ਪੱਛਮੀ ਬੰਗਾਲ ਦੇ ਵਿੱਚ ਮਮਤਾ ਬੈਨਰਜੀ ਦੇ ਕੋਲੋਂ ਅਸੀਂ ਸੱਤਾ ਖੋਲਾਂਗੇ। ਵਕਤ ਬਿਆਨ ਕਰੂਗਾ ਉੱਥੇ ਕੀ ਬਣਦਾ। ਤੇ ਕਿਸਾਨ ਜਿਹੜੇ ਕਿ ਵੱਡੀ ਗਿਣਤੀ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਰੈਲੀਆਂ ਕਰਨ ਦੇ ਲਈ ਜਿਵੇਂ ਕਲਕੱਤੇ ਦੇ ਵਿੱਚ ਵੀ ਜਾਣਾ, ਉਹਦਾ ਕੀ ਉੱਥੇ ਅਸਰ ਪਊਗਾ ਚੋਣਾਂ ਦੇ ਉੱਤੇ, ਇਹ ਵੀ ਵਕਤ ਬਿਆਨ ਕਰੂਗਾ। ਆਪਾਂ ਜਾਣਦੇ ਹਾਂ ਕਿ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ। ਲੰਘੇ ਕੱਲ੍ਹ ਦੂਜਾ ਦਿਨ ਸੀ, ਅੱਜ ਤੀਜਾ ਦਿਨ ਵਿਧਾਨ ਸਭਾ ਸੈਸ਼ਨ ਦਾ। ਪਹਿਲੇ ਦਿਨ ਵੀ ਰੌਲਾ ਪਿਆ, ਦੂਜੇ ਦਿਨ ਵੀ ਰੌਲਾ ਪਿਆ, 10 ਤਰੀਕ ਤੱਕ ਲਗਾਤਾਰ ਰੌਲਾ ਹੀ ਪੈਣਾ, ਰੌਲੇ ਤੋਂ ਬਿਨਾਂ ਕੁਝ ਨਹੀਂ ਹੋਣਾ। ਸ਼ਨੀ ਤੇ ਐਤਵਾਰ ਨੂੰ ਛੁੱਟੀ ਹੋਊਗੀ, ਜਿਹਦੇ ਕਰਕੇ 10 ਦਿਨ ਦੀ ਥਾਂ ਦੇ ਉੱਤੇ 8 ਦਿਨ ਦਾ ਸੈਸ਼ਨ ਮੰਨ ਲਓ। ਪਰ ਇਹਨਾਂ ਦਿਨਾਂ ਦੇ ਵਿੱਚ ਹੋਊਗਾ ਕੀ ਆਪਾਂ ਜਾਣਦੇ ਹਾਂ। ਅੱਜ ਤੱਕ ਹੋਇਆ ਕੁਝ ਨਹੀਂ, ਜੇ ਹੋਇਆ ਤਾਂ ਨਾ ਮਾਤਰ ਹੋਇਆ।
ਜਿਹੜੇ ਮੁੱਦੇ ਜਿਹੜੇ ਵਿਧਾਇਕ ਨੇ ਚੁੱਕਣੇ ਹੁੰਦੇ ਆ ਉਹ ਆਮ ਤੌਰ ਦੇ ਉੱਤੇ ਚੁੱਕੇ ਨਹੀਂ ਜਾਂਦੇ। ਹਰ ਖੇਤਰ ਦੇ ਵਿੱਚ, ਹਰ ਹਲਕੇ ਦੇ ਵਿੱਚ ਬਹੁਤ ਸਾਰੇ ਮੁੱਦੇ ਆ। ਚਾਹੀਦਾ ਇਹ ਆ ਕਿ ਜਿਹੜੀ ਮਰਜ਼ੀ ਪਾਰਟੀ ਦਾ ਵਿਧਾਇਕ ਹੋਵੇ ਉਹ ਵਿਧਾਨ ਸਭਾ ਦੇ ਵਿੱਚ ਜਿੱਥੇ ਇੱਕ ਮਿੰਟ ਦੀ ਬਹੁਤ ਵੱਡੀ ਕੀਮਤ ਪੰਜਾਬ ਦੇ ਲੋਕ ਤਾਰਦੇ ਆਪਣੇ ਟੈਕਸ ਦੇ ਨਾਲ, ਉੱਥੇ ਸੰਬੰਧਿਤ ਹਲਕੇ ਦਾ ਮਸਲਾ ਕੋਈ ਨਾ ਰਹਿਣ ਦਿੱਤਾ ਜਾਵੇ, ਹਰ ਮਸਲਾ ਚੁੱਕਿਆ ਜਾਵੇ। ਪਰ ਇੱਦਾਂ ਕਦੇ ਅਸੀਂ ਆਪਦੇ ਕੰਨੀ ਸੁਣਿਆ ਨਹੀਂ। ਜੇ ਕਦੇ ਸੁਣਿਆ ਹੋਵੇ ਤਾਂ ਚਿਰਾਂ ਦੀ ਗੱਲ ਹੋਣੀ ਆ, ਹੁਣ ਤਾਜ਼ਾ ਤਰੀਨ ਤਾਂ ਕਦੇ ਕੋਈ ਇਹੋ ਜਿਹੀ ਗੱਲ ਹੋਈ ਨਹੀਂ। ਪਰ ਲੰਘੇ ਕੱਲ ਪਤਾ ਲੱਗਾ ਕਿ ਹਰਮਿੰਦਰ ਸਿੰਘ ਗਿੱਲ ਜਿਹੜੇ ਕਿ ਕਾਂਗਰਸੀ ਵਿਧਾਇਕ ਆ ਤੇ ਬਿਕਰਮ ਸਿੰਘ ਮਜੀਠੀਆ ਜਿਹੜੇ ਕਿ ਸਾਬਕਾ ਮਾਲ ਮੰਤਰੀ ਆ ਪੰਜਾਬ ਦੇ ਤੇ ਇਸ ਵਕਤ ਮਜੀਠਾ ਖੇਤਰ ਤੋਂ ਵਿਧਾਇਕ ਆ, ਇਹ ਆਪਸ ਦੇ ਵਿੱਚ ਭਿੜ ਪਏ। ਗੱਲ ਤੂੰ ਮੈਂ ਤੱਕ ਪਹੁੰਚ ਗਈ। ਦੋਵਾਂ ਦੇ ਵੱਲੋਂ ਇੱਕ ਦੂਜੇ ਦੇ ਉੱਤੇ ਇਲਜ਼ਾਮਬਾਜ਼ੀ ਕੀਤੀ ਗਈ ਹੈ। ਹਰਮਿੰਦਰ ਸਿੰਘ ਗਿੱਲ ਨੇ ਸਾਕਾ ਨਨਕਾਣਾ ਸਾਹਿਬ ਦੇ ਮੁਤਲਕ ਬਿਕਰਮ ਸਿੰਘ ਮਜੀਠੀਆ ਦੇ ਅਤੀਤ ਦੇ ਉੱਤੇ ਸਵਾਲ ਖੜੇ ਕੀਤੇ ਆ, ਪਰਿਵਾਰ ਦੇ ਉੱਤੇ। ਉਸ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਨੇ ਹਰਮਿੰਦਰ ਸਿੰਘ ਗਿੱਲ ਦੇ ਕਈ ਪੁਲਿਸ ਅਧਿਕਾਰੀਆਂ ਦੇ ਨਾਲ ਸੰਬੰਧ ਗਿਣਾਏ ਆ ਜਿਹੜੇ ਕਿ ਸਿੱਖਾਂ ਦਾ ਕਤਲੇਆਮ ਕਰਨ ਦੇ ਵਿੱਚ ਵੱਡਾ ਕੰਮ ਕਰਦੇ ਰਹੇ ਆ, ਜਿਨ੍ਹਾਂ ਨੇ ਕਿ ਕਿਸੇ ਵੇਲੇ ਕਤਲੇਆਮ ਕੀਤਾ। 1984 ਕਤਲੇਆਮ ਦੇ ਵਿੱਚ ਨਾਂ ਵੱਜਦਾ ਰਿਹਾ। ਸੋ ਕਹਿਣ ਦਾ ਭਾਵ ਇਹ ਹੈ ਕਿ ਮੁੱਦਿਆਂ ਦੀ ਗੱਲ ਕਰਨ ਦੀ ਥਾਂ ਦੇ ਉੱਤੇ ਅਤੀਤ ਨੂੰ ਤੇ ਵਰਤਮਾਨ ਨੂੰ ਜੋੜ ਕੇ ਪੇਸ਼ ਕੀਤਾ ਗਿਆ, ਪਰ ਆਪੋ ਆਪਣੇ ਹਲਕੇ ਦੀ ਗੱਲ ਨਹੀਂ ਕੀਤੀ ਗਈ। ਇਹਦੇ ਉੱਤੇ ਸਵਾਲ ਕੁਝ ਕੁ ਲੋਕਾਂ ਨੇ ਚੁੱਕੇ ਆ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਪੰਜਾਬ ਵਿਧਾਨ ਸਭਾ ਇਜਲਾਸ ਦਾ ਲੰਘੇ ਕੱਲ੍ਹ ਦੂਜਾ ਦਿਨ ਸੀ। ਪਹਿਲੇ ਦਿਨ ਭਾਰੀ ਹੰਗਾਮੇ ਦੇ ਨਾਲ ਸ਼ੁਰੂ ਹੋਏ ਸੈਸ਼ਨ ਦੇ ਵਿੱਚ ਲੰਘੇ ਕੱਲ੍ਹ ਵੀ ਤੂੰ ਮੈਂ ਵਾਲਾ ਮਾਹੌਲ ਬਣ ਗਿਆ। ਦਰਅਸਲ ਪੱਟੀ ਤੋਂ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਤੇ ਅਕਾਲੀ ਦਲ ਦੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਮੰਗਲਵਾਰ ਨੂੰ ਆਪਸ ਦੇ ਵਿੱਚ ਭਿੜ ਪਏ। ਇਹ ਝਗੜਾ ਉਦੋਂ ਸ਼ੁਰੂ ਹੋਇਆ ਜਦੋਂ ਗਿੱਲ ਨੇ ਸਾਕਾ ਨਨਕਾਣਾ ਦੇ ਕਤਲੇਆਮ ਦੌਰਾਨ ਸੁੰਦਰ ਸਿੰਘ ਮਜੀਠੀਆ ਵੱਲੋਂ ਮਹੰਤ ਨਰੈਣ ਦਾਸ ਨੂੰ ਕਥਿਤ ਤੌਰ ਦੇ ਉੱਤੇ ਹਮਾਇਤ ਦੇਣ ਦਾ ਮੁੱਦਾ ਚੁੱਕਿਆ। ਇਹਦੇ ਉੱਤੇ ਪਲਟਵਾਰ ਕਰਦੇ ਹੋਏ ਮਜੀਠੀਆ ਨੇ ਗਿੱਲ ਦੇ ਉੱਤੇ ਇਲਜ਼ਾਮ ਲਾਏ ਕਿ ਉਸ ਦੇ ਪੁਲਿਸ ਅਫਸਰ ਅਜੀਤ ਸਿੰਘ ਸੰਧੂ ਨਾਲ ਸੰਬੰਧ ਰਹੇ ਨੇ, ਜਿਸ ਨੂੰ ਅੱਤਵਾਦ ਦੇ ਦੌਰ ਦੇ ਵਿੱਚ ਮਾਸੂਮ ਸਿੱਖਾਂ ਨੂੰ ਮਾਰੇ ਜਾਣ ਦੇ ਲਈ ਜਾਣਿਆ ਜਾਂਦਾ ਹੈ। ਦੱਸਣਾ ਬਣਦਾ ਕਿ ਸਾਕਾ ਨਨਕਾਣਾ 20 ਫਰਵਰੀ 1921 ਨੂੰ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਦੇ ਵਿੱਚ ਵਾਪਰਿਆ ਸੀ। 260 ਤੋਂ ਵੱਧ ਸਿੱਖਾਂ ਦਾ ਇਸ ਦੌਰਾਨ ਕਤਲ ਕਰ ਦਿੱਤਾ ਗਿਆ ਸੀ ਤੇ ਅੱਜ ਤੱਕ ਇਤਿਹਾਸ ਦੇ ਪੱਤਰਿਆਂ ਨੂੰ ਪੜ੍ਹਦਿਆਂ ਆਪਣੇ ਆਪ ਗੱਚ ਭਰ ਆਉਂਦਾ ਹੈ। ਜੇਕਰ ਕੁੱਲ ਮਿਲਾ ਕੇ ਸੈਸ਼ਨ ਦੀ ਗੱਲ ਕੀਤੀ ਜਾਵੇ ਤਾਂ ਦੂਜੇ ਦਿਨ ਵੀ ਇੱਥੇ ਕੰਮ ਦੀ ਗੱਲ ਨਾ ਮਾਤਰ ਹੋਈ ਹੈ। ਦੱਸਣਾ ਬਣਦਾ ਕਿ 5 ਤਰੀਕ ਨੂੰ ਪੰਜਾਬ ਦੇ ਵਿੱਚ ਬਜਟ ਸੈਸ਼ਨ ਦਾ ਬਜਟ ਪੇਸ਼ ਕੀਤਾ ਜਾਣਾ ਹੈ, ਜਿਹਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਦੇ ਵੱਲੋਂ ਆਪਣੀ ਵਰਤਮਾਨ ਸਰਕਾਰ ਦੀ ਟਰਮ ਦਾ ਇਹ ਆਖਰੀ ਬਜਟ ਪੇਸ਼ ਕੀਤਾ ਜਾਵੇਗਾ। ਇਸ ਬਜਟ ਦੇ ਵਿੱਚ ਕਿਸਾਨੀ ਲਈ ਕੀ ਨਿਕਲਦਾ ਹੈ, ਜਵਾਨੀ ਲਈ ਕੀ ਨਿਕਲਦਾ ਹੈ, ਕਿੰਨੀਆਂ ਕੁ ਚੀਜ਼ਾਂ ਦਾ ਟੈਕਸ ਨਵਾਂ ਲੱਗਦਾ ਹੈ, ਕਿਹਦੇ ਉੱਤੋਂ ਹਟਾਇਆ ਜਾਂਦਾ ਹੈ, ਇਹਦੇ ਵੱਲ ਸਭ ਦੀ ਨਿਗਾਹ ਟਿਕੀ ਰਹੇਗੀ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਜਿਸ ਤਰੀਕੇ ਦੇ ਨਾਲ ਰਾਜਨੀਤਿਕ ਲੋਕਾਂ ਦੇ ਵੱਲੋਂ ਇੱਕ ਦੂਜੇ ਦੇ ਅਤੀਤ ਨੂੰ ਫਰੋਲਿਆ ਜਾਂਦਾ, ਇਹਦੇ ਉੱਤੇ ਕਦੇ ਦੁੱਖ ਵੀ ਹੁੰਦਾ। ਹਾਲਾਂਕਿ ਅਤੀਤ ਆ ਜਿਹੜਾ ਉਹ ਸਭ ਦਾ ਗੌਰਵਮਈ ਹੋਣਾ ਚਾਹੀਦਾ। ਜੇਕਰ ਕਿਸੇ ਨੇ ਅਤੀਤ ਦੇ ਵਿੱਚ ਕੁਝ ਗਲਤ ਕੀਤਾ, ਜੇਕਰ ਕਿਸੇ ਦੇ ਉੱਤੇ ਬਹੁਤ ਦੋਸ਼ ਲੱਗਦੇ ਰਹੇ ਆ, ਉਹ ਹੈ ਤਾਂ ਬਹੁਤ ਮਾੜੀ ਗੱਲ, ਇੱਦਾਂ ਨਹੀਂ ਸੀ ਹੋਣਾ ਚਾਹੀਦਾ। ਪਰ ਮੈਂ ਇਹ ਸੋਚਦਾ ਕਿ ਵਰਤਮਾਨ ਸਮੇਂ ਦੀ ਗੱਲ ਪਹਿਲ ਦੇ ਆਧਾਰ ਦੇ ਉੱਤੇ ਹੋਣੀ ਚਾਹੀਦੀ ਆ। ਵਰਤਮਾਨ ਦੇ ਵਿੱਚ ਵੀ ਸਾਡੇ ਮੂਹਰੇ ਚੁਣੌਤੀਆਂ ਦੇ ਪਹਾੜ ਖੜੇ ਆ, ਪਰ ਸਾਡੇ ਰਾਜਨੀਤਿਕ ਲੋਕ ਕੀ ਕਰਦੇ ਆ ਕਿ ਜਾਂ ਤਾਂ ਇਹ ਗੱਲ ਕਹਿਣਗੇ ਵੀ ਭਾਈ ਤੇਰੀ ਨਿੱਜੀ ਜ਼ਿੰਦਗੀ ਕਿਵੇਂ ਆ, ਜਾਂ ਇਹ ਗੱਲ ਕਹਿਣਗੇ ਵੀ ਤੂੰ ਪਿਛਲੀ ਵਾਰ ਕੀ ਕੀਤਾ ਸੀ। ਇਹ ਨਹੀਂ ਗੱਲ ਕੀਤੀ ਜਾਂਦੀ ਕਿ ਮੇਰੇ ਹਲਕੇ ਦੇ ਵਿੱਚ ਆਹ ਮਸਲੇ ਆ ਜੀ ਤੇ ਆਹ ਮਸਲੇ ਪਹਿਲ ਦੇ ਆਧਾਰ ਦੇ ਉੱਤੇ ਹੱਲ ਕੀਤੇ ਜਾਣ। ਮੈਂ ਆਹ ਵਾਅਦੇ ਕਰਕੇ ਵੋਟਾਂ ਲਈਆਂ ਸੀ ਹਲਕੇ ਦੇ ਲੋਕਾਂ ਤੋਂ ਤੇ ਲੋਕ ਮੇਰੇ ਕੋਲੋਂ ਨਾ ਖੁਸ਼ ਆ। ਇਹ ਗੱਲ ਕੋਈ ਵੀ ਅਸੀਂ ਕਹਿੰਦਾ ਸੁਣਿਆ ਨਹੀਂ। ਸੋ ਦੁੱਖ ਹੁੰਦਾ ਇਸ ਗੱਲ ਦੇ ਉੱਤੇ। ਡਰਾਮੇਬਾਜ਼ੀ ਇਸ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਹੋਰ ਕਿੰਨੀ ਕੁ ਹੋਣੀ ਬਾਕੀ ਹੈ, ਇਹ ਵਕਤ ਬਿਆਨ ਕਰੂਗਾ। ਪਰ ਮਜੀਠੀਆ ਹੋਰਾਂ ਨੇ ਇਹ ਗੱਲ ਕਹੀ ਹੈ ਵੀ ਪ੍ਰਸ਼ਾਂਤ ਕਿਸ਼ੋਰ ਨੂੰ ਚੁਣ ਕੇ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਨਾਲ ਨੀਤੀ ਘਾੜੇ ਦੇ ਤੌਰ ਦੇ ਉੱਤੇ ਜੋੜ ਕੇ 1 ਰੁਪਈਆ ਤਨਖਾਹ ਦੇ ਉੱਤੇ ਕੈਬਨਿਟ ਦਾ ਰੈਂਕ ਦੇ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਖਰਚਾ ਪੱਠਾ ਜਿਹੜਾ ਸਾਰੇ ਦਾ ਸਾਰਾ ਪੰਜਾਬ ਦੇ ਖਜ਼ਾਨੇ ਵਿੱਚੋਂ ਹੋਣਾ, ਕਿਉਂਕਿ ਸਿਕਿਉਰਿਟੀ ਵੀ ਹੈ, ਕਿਉਂਕਿ ਦਫ਼ਤਰ ਵੀ ਹੈ, ਬਾਕੀ ਸਾਰੇ ਖਰਚੇ ਵੀ ਪੈਣੇ ਆ, ਪਰ ਕੰਮ ਉਹਦੇ ਕੋਲੋਂ ਚੋਣਾਂ ਦੇ ਮੱਦੇਨਜ਼ਰ ਲਿਆ ਜਾਣਾ, ਹੋਰ ਉਹਦਾ ਕੋਈ ਯੋਗਦਾਨ ਨਹੀਂ। ਇਸ ਕਰਕੇ ਆਮ ਆਦਮੀ ਪਾਰਟੀ ਦੇ ਤੇ ਬਿਕਰਮ ਸਿੰਘ ਮਜੀਠੀਆ ਨੇ ਸਵਾਲ ਕੀਤੇ ਆ ਵੀ ਜਿਵੇਂ ਕਿ ਪਹਿਲਾਂ 2017 ਦੇ ਵਿੱਚ ਛੁਰਲੀਆਂ ਛਡਵਾਈਆਂ ਗਈਆਂ ਪ੍ਰਸ਼ਾਂਤ ਕਿਸ਼ੋਰ ਦੇ ਵੱਲੋਂ, ਉਸੇ ਤਰੀਕੇ ਦੇ ਨਾਲ ਹੁਣ ਨਵੀਆਂ ਛੁਰਲੀਆਂ ਲੱਭੀਆਂ ਜਾਣਗੀਆਂ ਤੇ ਉਹਨਾਂ ਛੁਰਲੀਆਂ ਦੇ ਕਰਕੇ ਹੀ ਸੂਬੇ ਦੇ ਵਿੱਚ ਇੱਕ ਵਾਰ ਫਿਰ ਸਰਕਾਰ ਬਣਾਉਣ ਦੀ ਕੋਸ਼ਿਸ਼ ਕੈਪਟਨ ਅਮਰਿੰਦਰ ਸਿੰਘ ਕਰਨਗੇ। ਸੋ ਇਸ ਵਕਤ ਦੋਸ਼ਾਂ ਦਾ ਸਿਲਸਿਲਾ ਜਾਰੀ ਹੈ। ਇੱਕ ਦੂਜੇ ਦੇ ਉੱਤੇ ਤੋਹਮਤਾਂ ਲੱਗ ਰਹੀਆਂ, ਪਰ ਪੰਜਾਬ ਦੇ ਮੁੱਦੇ ਸੱਚੀ ਮੁੱਚੀ ਬਹੁਤ ਵੱਡੇ। ਬੁਰਜ ਖਲੀਫਾ ਜਿਹੜੇ ਮਸਲੇ ਆ, ਉਹਨਾਂ ਮਸਲਿਆਂ ਦੀ ਗੱਲ ਕਿਤੇ ਨਹੀਂ ਛੱਡਦੀ। ਹੁਣ ਜਿਸ ਤਰੀਕੇ ਨਾਲ ਚੱਲ ਰਿਹਾ ਵਾਕਆਊਟ ਕਰ ਦਿਓ, ਅੰਦਰ ਰੌਲਾ ਪਾ ਲਓ, ਆਹ ਹੋ ਜੂ ਉਹ ਹੋ ਜੂ, ਉਸ ਤੋਂ ਬਾਅਦ ਸਿੱਟਾ ਕੋਈ ਨਹੀਂ ਨਿਕਲਣਾ। ਜੇ ਤਾਂ ਇਹ ਸਾਰਾ ਕੁਝ ਕਰੇ ਦਾ ਸਿੱਟਾ ਕੋਈ ਨਿਕਲਦਾ ਹੋਵੇ ਤਾਂ ਅਸੀਂ ਵੀ ਇਹ ਗੱਲ ਕਹੀਏ ਵੀ ਵੱਧ ਤੋਂ ਵੱਧ ਲੋਕਾਂ ਨੂੰ ਇਹ ਕਹਿਣਾ ਚਾਹੀਦਾ ਵੀ ਇਸ ਵਕਤ ਸਾਡੇ ਵਿਧਾਇਕਾਂ ਨੂੰ ਅੰਦਰ ਰੌਲਾ ਹੀ ਪਾਉਣਾ ਚਾਹੀਦਾ। ਪਰ ਜੇਕਰ ਸਿੱਟਾ ਵੀ ਕੋਈ ਨਹੀਂ ਨਿਕਲਦਾ, ਲੋਕਾਂ ਦੇ ਪੈਸੇ ਜਿਹੜੇ ਆ ਉਹ ਵੀ ਖਰਚੇ ਜਾਂਦੇ ਆ,
एक एक मिनट बड़ा कीमती पैंदा, ਉਹਦਾ भी कोई ख्याल नहीं किया जाता, तो फिर ये ਅਸੀਂ ਕਿਹੜੀ ਗੱਲੋਂ ਕਰਦੇ सवाल ये पैदा ਹੁੰਦਾ। ਇਹ ਹੋਣੀ नहीं ਜਦੋਂ ਕਾਂਗਰਸ ਵਿਰੋਧੀ ਧਿਰ ਦੇ ਰੂਪ ਦੇ ਵਿੱਚ ਸੀ, ਉਦੋਂ ਉਹ ਵੀ ਖੌਰੂ ਪਾਉਂਦੀ ਸੀ, ਪਰ ਇਸ ਵਕਤ ਲੋੜ ਇਸ ਗੱਲ ਦੀ ਹੈ ਕਿ ਪੰਜਾਬ ਦੇ ਲੋਕਾਂ ਦੇ ਪ੍ਰਤੀ ਜਵਾਬਦੇਹ ਹੋਇਆ ਜਾਵੇ। ਪੰਜਾਬ ਦੇ ਲੋਕਾਂ ਨੇ ਇਸ ਵਕਤ ਮਜਮਾ ਨਹੀਂ ਦੇਖਣਾ, ਪੰਜਾਬ ਦੇ ਲੋਕ ਇੱਥੇ ਨੂਰਾ ਕੁਸ਼ਤੀ ਵੇਖਣ ਵਾਸਤੇ ਨਹੀਂ ਟਿਕੇ ਹੋਏ। ਪੰਜਾਬ ਦੇ ਲੋਕਾਂ ਨੂੰ ਲੋੜ ਹੈਗੀ ਆ ਇਸ ਗੱਲ ਦੀ ਕਿ ਸਾਡਾ ਕੱਲਾ ਕੱਲਾ ਮਸਲਾ ਹੱਲ ਹੋਵੇ, ਜਿਹੜੇ ਸਾਡੇ ਨਾਲ ਵਾਅਦੇ ਕੀਤੇ ਗਏ ਸੀ ਉਹਨਾਂ ਵਾਅਦਿਆਂ ਦੀ ਪੂਰਤੀ ਹੋਣੀ ਚਾਹੀਦੀ ਹੈ। ਭਾਰਤ ਦੀ ਅਰਥ ਵਿਵਸਥਾ ਇਸ ਵਕਤ ਕਿੱਥੋਂ ਕਿੱਥੇ ਪਹੁੰਚੀ ਹੋਈ ਆਪਾਂ ਜਾਣਦੇ ਹਾਂ। GDP ਬਿਲਕੁਲ ਡਿੱਗੀ ਪਈ ਹੈ, ਪਰ ਇਸ ਦੇ ਬਾਵਜੂਦ ਮਹਿੰਗਾਈ ਹੈ ਜਿਹੜੀ ਉਹ ਇਸ ਕਰਕੇ ਵਧਾਈ ਜਾ ਰਹੀ ਹੈ ਕਿ ਜੀ ਲੋਕਾਂ ਦੇ ਵੱਲੋਂ ਦਿੱਤੇ ਗਏ ਪੈਸੇ ਦੇ ਨਾਲ ਅਰਥ ਵਿਵਸਥਾ ਮਜ਼ਬੂਤ ਹੋਣੀ ਹੈ। ਤੇਲ ਦੀਆਂ ਕੀਮਤਾਂ ਦੇ ਵਿੱਚ ਕਟੌਤੀ ਦੀ ਗੱਲ ਕੋਈ ਨਹੀਂ, ਸਿਲੰਡਰ ਦੀ ਕੀਮਤ ਵਧੀ ਜਾਂਦੀ ਹੈ, ਰੇਲ ਦਾ ਭਾੜਾ ਵਧਣ ਵਾਲਾ, ਬੱਸ ਕਿਰਾਏ ਵਧੀ ਜਾਂਦੇ ਆ, ਯਾਨੀ ਕਿ ਜ਼ਿੰਦਗੀ ਦੀ ਹਰ ਲੋੜ ਮਹਿੰਗੀ ਹੁੰਦੀ ਜਾ ਰਹੀ ਹੈ ਤੇ ਤਨਖਾਹਾਂ ਭੱਤੇ ਲਗਾਤਾਰ ਘਟ ਰਹੇ ਆ। ਸਰਕਾਰ ਅਵੱਲੇ ਫੈਸਲੇ ਕਰ ਰਹੀ ਹੈ, ਇਸ ਬੈਂਕ ਦਾ ਉਹਦੇ 'ਚ ਰਲੇਵਾਂ ਕਰ ਦਿਓ, ਇੱਧਰੋਂ ਪੈਸੇ ਬਚਾ ਲਓ, ਆਹ ਚੀਜ਼ ਦਾ ਨਿੱਜੀਕਰਨ ਕਰ ਦਿਓ, ਇੱਧਰੋਂ ਪੈਸੇ ਕੱਢ ਲਓ, ਆਹ ਏਅਰਪੋਰਟ ਦਾ ਨਿੱਜੀਕਰਨ ਕਰ ਦਿਓ, ਉਹ ਕਰ ਦਿਓ। ਹੁਣ ਤਾਂ ਪ੍ਰਧਾਨ ਮੰਤਰੀ ਸਾਹਿਬ ਖੁਦ ਹੀ ਇਹ ਗੱਲ ਕਹਿ ਹਟੇ ਆ ਕਿ ਭਾਰਤ ਦੀਆਂ 100 ਤੋਂ ਵੱਧ ਜਾਇਦਾਦਾਂ ਅਸੀਂ ਵੇਚਣ ਦੀ ਤਿਆਰੀ ਕਰੀ ਬੈਠੇ ਆ। 2.5 ਲੱਖ ਕਰੋੜ ਰੁਪਈਆ ਅਸੀਂ ਇਕੱਠਾ ਕਰਕੇ ਤੇ ਜਨ ਕਲਿਆਣ ਯੋਜਨਾਵਾਂ ਦੇ ਉੱਤੇ ਲਾਉਣਾ। ਕਹਿਣ ਦਾ ਭਾਵ ਇਹ ਹੈ ਵੀ ਸਰਕਾਰ ਪੂਰੀ ਤਿਆਰ ਹੈ ਵੀ ਨਿੱਜੀਕਰਨ ਹਰ ਖੇਤਰ ਦਾ ਕਰ ਦਿੱਤਾ ਜਾਵੇ। ਤੇ ਪ੍ਰਧਾਨ ਮੰਤਰੀ ਸਾਹਿਬ ਨੇ ਖੁਦ ਹੀ ਇਹ ਗੱਲ ਕਹੀ ਹੈ ਵੀ ਸਰਕਾਰਾਂ ਹੁੰਦੀਆਂ ਜਨ ਕਲਿਆਣ ਵਾਸਤੇ, ਸਰਕਾਰਾਂ ਬਿਜ਼ਨਸ ਵਾਸਤੇ ਨਹੀਂ ਹੁੰਦੀਆਂ, ਇਸ ਕਰਕੇ ਬਿਜ਼ਨਸਮੈਨਾਂ ਦਾ ਕੰਮ ਉਹਨਾਂ ਨੂੰ ਕਰਨਾ ਚਾਹੀਦਾ। ਉਸ ਤੋਂ ਅਗਲੀ ਗੱਲ ਇਹ ਹੈ ਵੀ ਹੈਰਾਨੀ ਇਸ ਗੱਲ ਦੀ ਹੈ ਵੀ ਜਦੋਂ ਸਾਰਾ ਕੁਝ ਡੋਬੇ ਦੇ ਵੱਲ ਜਾ ਰਿਹਾ ਤਾਂ ਅੰਬਾਨੀਆਂ ਤੇ ਅਡਾਨੀਆਂ ਦੇ ਕਾਰੋਬਾਰ ਕਿਉਂ ਲਗਾਤਾਰ ਚਮਕ ਰਹੇ ਆ। ਹੈਰਾਨੀ ਇਸ ਗੱਲ ਦੀ ਮੈਨੂੰ ਬੇਹੱਦ ਹੋਈ ਵੀ ਅਡਾਨੀਆਂ ਦਾ ਕਾਰੋਬਾਰ ਲਗਾਤਾਰ ਚਮਕ ਰਿਹਾ ਤੇ ਉਹਨਾਂ ਦੀ ਜਾਇਦਾਦ ਦੇ ਵਿੱਚ ਦੁੱਗਣਾ ਤਿੱਗਣਾ ਵਾਧਾ ਹੋ ਗਿਆ। ਅੰਬਾਨੀਆਂ ਨੂੰ ਵੀ ਕਿਸੇ ਚੀਜ਼ ਦਾ ਘਾਟਾ ਨਹੀਂ। ਇਹਨਾਂ ਲੋਕਾਂ ਦੇ ਕਿਹੜੇ ਇਹੋ ਜਿਹੀ ਗਿੱਦੜ ਸਿੰਘੀ ਆ, ਇਹਨਾਂ ਲੋਕਾਂ ਦੇ ਅੰਦਰ ਕਿਹੋ ਜਿਹੀ ਊਰਜਾ, ਇਹਨਾਂ ਲੋਕਾਂ ਨੂੰ ਇਹੋ ਜਿਹਾ ਕਿਹੜਾ ਹੱਥਕੰਡਾ ਮਿਲਿਆ, ਇਹਨਾਂ ਲੋਕਾਂ ਦੇ ਉੱਤੇ ਸਰਕਾਰ ਦੀ ਇੰਨੀ ਮਿਹਰ ਭਰੀ ਨਜ਼ਰ ਕਿਉਂ ਆ ਵੀ ਸਾਰੇ ਲੋਕ ਖੂਜੇ ਲੱਗੇ ਬੈਠੇ ਆ ਤੇ ਇਹਨਾਂ ਲੋਕਾਂ ਦੇ ਕਾਰੋਬਾਰ ਲਗਾਤਾਰ ਵੱਧ ਫੁੱਲ ਰਹੇ ਆ। ਤੁਸੀਂ ਵੀ ਜਾਣ ਕੇ ਹੈਰਾਨ ਰਹਿ ਜਾਣਾ ਵੀ ਇਹਨਾਂ ਦੀ ਜਾਇਦਾਦ ਦਾ ਅੰਕੜਾ ਕਿੱਥੋਂ ਕਿੱਥੇ ਪਹੁੰਚ ਗਿਆ। ਪਹਿਲਾਂ ਰਿਪੋਰਟ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਕੋਰੋਨਾ ਦਰਮਿਆਨ ਭਾਰਤ ਦੇ ਵਿੱਚ 40 ਹੋਰ ਵਪਾਰੀ ਅਰਬਪਤੀਆਂ ਦੀ ਸੂਚੀ ਦੇ ਵਿੱਚ ਜੁੜ ਗਏ ਨੇ। ਇਸ ਨੂੰ ਮਿਲਾ ਕੇ ਭਾਰਤ ਦੇ ਕੁੱਲ 177 ਲੋਕ ਇਸ ਵਕਤ ਅਰਬਪਤੀਆਂ ਦੀ ਸੂਚੀ ਦੇ ਵਿੱਚ ਨੇ। ਮੁਕੇਸ਼ ਅੰਬਾਨੀ ਦੀ ਦੌਲਤ ਇਸ ਸਾਲ ਦੇ ਵਿੱਚ 24% ਵਧੀ ਤੇ ਅਡਾਨੀ ਦੀ ਜਾਇਦਾਦ ਵੀ ਦੁੱਗਣੀ ਹੋ ਚੁੱਕੀ ਹੈ। ਜ਼ਿਕਰਯੋਗ ਹੈ ਕਿ ਸਾਲ 2020 ਦੇ ਵਿੱਚ ਜਿੱਥੇ ਦੁਨੀਆ ਭਰ ਦੇ ਲੋਕ ਮਹਾਮਾਰੀ ਕਰਕੇ ਆਰਥਿਕ ਮੰਦੀ ਦਾ ਸਾਹਮਣਾ ਕਰ ਰਹੇ ਸਨ, ਉੱਥੇ ਭਾਰਤ ਦੇ 40 ਲੋਕ ਅਰਬਪਤੀਆਂ ਦੀ ਸੂਚੀ ਦੇ ਵਿੱਚ ਪਹੁੰਚ ਗਏ ਨੇ। ਰਿਲਾਇੰਸ ਇੰਡਸਟਰੀਜ਼ ਦੇ ਮੁਕੇਸ਼ ਅੰਬਾਨੀ ਲਗਾਤਾਰ ਸਭ ਤੋਂ ਅਮੀਰ ਭਾਰਤੀ ਬਣੇ ਹੋਏ ਨੇ। ਉਹਨਾਂ ਦੀ ਜਾਇਦਾਦ 24% ਵੱਧ ਕੇ 83 ਅਰਬ ਡਾਲਰ ਦੇ ਉੱਤੇ ਪਹੁੰਚ ਗਈ ਹੈ। ਦੁਨੀਆ ਦੇ ਅਰਬਪਤੀਆਂ ਦੀ ਸੂਚੀ ਦੇ ਵਿੱਚ ਉਹ ਇੱਕ ਸਥਾਨ ਚੜ੍ਹ ਕੇ 8ਵੇਂ ਨੰਬਰ ਤੇ ਪਹੁੰਚ ਗਏ ਨੇ। ਗੁਜਰਾਤ ਦੇ ਉਦਯੋਗਪਤੀ ਗੌਤਮ ਅਡਾਨੀ ਦੀ ਜਾਇਦਾਦ ਦੇ ਵਿੱਚ ਵੀ ਭਾਰੀ ਵਾਧਾ ਹੋਇਆ। ਸਾਲ 2020 ਦੇ ਵਿੱਚ ਉਹਨਾਂ ਦੀ ਜਾਇਦਾਦ 32 ਅਰਬ ਡਾਲਰ ਤੱਕ ਪਹੁੰਚ ਗਈ ਸੀ ਤੇ ਦੁਨੀਆ ਦੇ ਅਮੀਰਾਂ ਦੀ ਸੂਚੀ ਦੇ ਵਿੱਚ ਉਹਨਾਂ ਦਾ ਸਥਾਨ 20 ਸਥਾਨ ਚੜ੍ਹ ਕੇ 48ਵੇਂ ਨੰਬਰ ਦੇ ਉੱਤੇ ਪਹੁੰਚ ਗਿਆ। ਜੇਕਰ ਇਸ ਵਕਤ ਜਾਇਦਾਦ ਦੇ ਵੇਰਵੇ ਸਾਂਝੇ ਕੀਤੇ ਜਾਣ ਤਾਂ ਐਲਨ ਮਸਕ ਦੀ ਜਾਇਦਾਦ ਹੈਗੀ ਹੈ 14.46 ਲੱਖ ਕਰੋੜ ਰੁਪਏ ਤੇ ਬਰਨਾਰਡ ਅਰਨਾਲਟ ਦੀ ਜਾਇਦਾਦ ਆ ਜਿਹੜੀ ਉਹ 8.37 ਲੱਖ ਕਰੋੜ ਰੁਪਏ ਦੱਸੀ ਜਾ ਰਹੀ ਹੈ। ਬਿਲ ਗੇਟਸ ਦੀ ਜਾਇਦਾਦ 8.7 ਲੱਖ ਕਰੋੜ ਰੁਪਏ ਦੱਸੀ ਜਾ ਰਹੀ ਹੈ ਤੇ ਮਾਰਕ ਜ਼ੁਕਰਬਰਗ ਲਗਭਗ 7.5 ਲੱਖ ਕਰੋੜ ਰੁਪਏ ਤੇ ਪਹੁੰਚਿਆ ਹੋਇਆ। ਇਸ ਖਬਰ ਦੇ ਉੱਤੇ ਟਿੱਪਣੀ ਕਰਨਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਬੇਸ਼ੱਕ ਕਿਸੇ ਵੀ ਦੇਸ਼ ਦੀ ਸਰਕਾਰ ਹੋਵੇ, ਉਹਦੀਆਂ ਨੀਤੀਆਂ ਉਦਯੋਗਪਤੀਆਂ ਲਈ ਕੁਝ ਹੋਰ ਹੈ ਤੇ ਆਮ ਲੋਕਾਂ ਦੇ ਲਈ ਕੁਝ ਹੋਰ ਹੈ। ਭਾਰਤ ਵਰਗਾ ਦੇਸ਼ ਜਿੱਥੇ ਕਿ ਰਾਜਨੀਤਿਕ ਲੋਕਾਂ ਨੂੰ ਥਾਪੜਾ ਹੀ ਸਰਮਾਏਦਾਰੀ ਲੋਕਾਂ ਦਾ, ਕਿਉਂਕਿ ਉਹੀ ਵੱਡੇ ਪੱਧਰ ਦੇ ਉੱਤੇ ਫੰਡ ਦਿੰਦੇ ਆ, ਉਹੀ ਰੈਲੀਆਂ ਦਾ ਪ੍ਰਬੰਧ ਕਰਦੇ ਆ, ਇਸ ਕਰਕੇ ਆਮ ਲੋਕਾਂ ਦੇ ਨਾਲੋਂ ਅੰਬਾਨੀਆਂ ਅਡਾਨੀਆਂ ਦਾ ਵੱਧ ਸੋਚਿਆ ਜਾਣਾ ਕੁਦਰਤੀ ਹੈ। ਇਸੇ ਕਰਕੇ ਹੀ ਹੈ ਵੀ ਹਾਲੇ ਤੱਕ ਖੇਤੀ ਕਾਨੂੰਨਾਂ ਦੇ ਮੁਤਲਕ ਕੋਈ ਸਰਕਾਰ ਦੇ ਵੱਲੋਂ ਫੈਸਲਾ ਨਹੀਂ ਕੀਤਾ ਜਾਂਦਾ। ਬੇਸ਼ੱਕ ਸਰਕਾਰ ਮੰਨੇ ਜਾਂ ਨਾ ਮੰਨੇ, ਪਰ ਜਦੋਂ ਅਡਾਨੀਆਂ ਦੇ ਸੈਲੋ ਪਲਾਂਟ ਪੰਜਾਬ ਦੇ ਵਿੱਚ ਥਾਂ ਤੇ ਲੱਗ ਰਹੇ ਹੋਣ, ਜਦੋਂ ਰਿਲਾਇੰਸ ਵਾਲੇ ਖੇਤ ਦੇ ਵਿੱਚੋਂ ਸਮਾਨ ਚੱਕ ਕੇ ਤੇ ਆਪਦੇ ਸਟੋਰ ਦੇ ਵਿੱਚ ਦੁੱਗਣੇ ਤਿੱਗਣੇ ਭਾਅ ਦੇ ਉੱਤੇ ਵੇਚਦੇ ਹੋਣ, ਮਤਲਬ ਇਹ ਆ ਵੀ ਕਾਰੋਬਾਰ ਬਹੁਤ ਵੱਡੇ ਪੱਧਰ ਦੇ ਉੱਤੇ ਚਮਕੇ ਸਰਕਾਰਾਂ ਦੀ ਮਿਹਰ ਦੇ ਕਰਕੇ। ਸੂਬਾਈ ਸਰਕਾਰਾਂ ਦਾ ਹਾਲ ਵੀ ਇਹੋ ਜਿਹਾ ਹੀ ਹੈ। ਸੂਬਾਈ ਸਰਕਾਰਾਂ ਬਹੁਤੀ ਵਾਰ ਕੇਂਦਰ ਦੇ ਉੱਤੇ ਦੋਸ਼ ਮੜ ਦਿੰਦੀਆਂ, ਕੇਂਦਰ ਦੀਆਂ ਸਰਕਾਰਾਂ ਸੂਬਾਈ ਸਰਕਾਰਾਂ ਤੇ ਦੋਸ਼ ਮੜ ਦਿੰਦੀਆਂ, ਪਰ ਹੈਗੀਆਂ ਲਗਭਗ ਇੱਕੋ ਜਿਹੀਆਂ ਹੀ 19-21 ਦੇ ਫਾਸਲੇ ਦੇ ਨਾਲ। ਪੰਜਾਬ ਦੇ ਵਿੱਚ ਤੁਸੀਂ ਗੱਲ ਕਰ ਲਓ, ਬਹੁਤ ਸਾਰੇ ਵੱਡੇ ਸਰਮਾਏਦਾਰਾਂ ਦੇ ਇਹੋ ਜਿਹੇ ਪਲਾਂਟ ਆ ਜਿਨ੍ਹਾਂ ਦਾ ਉਦਘਾਟਨ ਰਾਜਨੀਤਿਕ ਲੋਕਾਂ ਦੇ ਵੱਲੋਂ ਕੀਤਾ ਗਿਆ, ਪਰ ਅੱਜ ਕੱਲ੍ਹ ਉਹ ਇਹ ਗੱਲ ਕਹਿੰਦੇ ਵੀ ਸਰਮਾਏਦਾਰੀ ਦੇ ਆਪਾਂ ਖਿਲਾਫ ਚੱਲਣਾ ਤੇ ਜੀਓ ਦੇ ਸਿੰਮਾਂ ਦਾ ਵੀ ਬਾਈਕਾਟ ਕਰ ਦੇਣਾ ਚਾਹੀਦਾ। ਮਤਲਬ ਇਹ ਆ ਵੀ ਡਰਾਮੇਬਾਜ਼ੀ ਚੱਲ ਰਹੀ ਹੈ। ਇਸ ਡਰਾਮੇਬਾਜ਼ੀ ਦੇ ਵਿੱਚ ਅਮੀਰ ਹੋਰ ਅਮੀਰ ਹੋਈ ਜਾਂਦਾ ਹੈ, ਗਰੀਬ ਹੋਰ ਗਰੀਬ ਹੋਈ ਜਾਂਦਾ ਹੈ ਤੇ ਇਹ ਸਾਰਾ ਕੁਝ ਜਿਹੜਾ ਉਹ ਕਦੋਂ ਰੁਕੂਗਾ ਇਹਦੇ ਬਾਬਤ ਕੋਈ ਥਾਂ ਨਹੀਂ ਪਾਈ ਜਾ ਸਕਦੀ। ਖਬਰਾਂ ਦੇ ਉੱਤੇ ਵਿਚਾਰ ਚਰਚਾ ਹੋਰ ਵੀ ਕੀਤੀ ਜਾ ਸਕਦੀ ਸੀ, ਪਰ ਜੋ ਵਕਤ ਦੀ ਘਾਟ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।